Hello everyone, I'm your Sandeep ma'am from Desma Smart School Moga. Firstly, don't forget to subscribe our channel, and secondly, welcome to the commerce class. Today I will teach you accounting for partnership firm fundamentals from volume 1 यानी कि मैं ਤੁਹਾਨੂੰ ਵੋਲੀਅਮ 1 ਦੇ ਵਿੱਚੋਂ ਕੀ ਆ ਪਾਰਟਨਰਸ਼ਿਪ ਫਰਮ ਵਾਲਾ ਚੈਪਟਰ ਜਿਹੜਾ ਸਟਾਰਟ ਕਰਨ ਜਾ ਰਹੀ ਹਾਂ ਔਰ ਇਸ ਦੇ ਰਿਲੇਟਡ ਪਾਰਟਨਰਸ਼ਿਪ ਫਰਮ ਦੇ ਰਿਲੇਟਡ ਹੋਰ ਵੀ ਚੈਪਟਰਸ ਹੋਣਗੇ ਜਿਹੜੇ ਆਪਾਂ 1 ਬਾਏ 1 ਕੇ ਵੀਡੀਓਜ਼ ਦੇ ਥਰੂ ਤੁਹਾਨੂੰ ਕੀ ਆ ਟੀਚ ਕਰਵਾਵਾਂਗੇ ਔਰ ਤੁਹਾਡੇ ਕੋਲੇ 3 ਵੋਲੀਅਮਸ ਹੋਣਗੇ ਅਕਾਊਂਟੈਂਸੀ ਦੇ ਵਿੱਚ ਆਪਾਂ ਵੋਲੀਅਮ ਫਸਟ ਸਟਾਰਟ ਕਰਨ ਜਾ ਰਹੇ ਹਾਂ ਅੱਜ ਪਾਰਟਨਰਸ਼ਿਪ ਫਰਮ ਦਾ ਸਭ ਤੋਂ ਪਹਿਲਾਂ ਆਓ ਆਪਾਂ ਇੰਟਰੋਡਕਸ਼ਨ ਦੇਖਦੇ ਹਾਂ ਉਹਦੀ ਡੈਫੀਨੇਸ਼ਨ ਦੇਖਦੇ ਹਾਂ Let's start partnership firm. First of all, the question A rise ਹੁੰਦਾ ਵਾ what is the meaning of partner? Okay, my dear student, tell me what is the meaning of partner? Yes, a group of people ਜਿਹਦੇ ਵਿੱਚ ਕਿ ਇੱਕ ਤੋਂ ਵੱਧ ਚਲਾ ਰਹੇ ਹੁਣ ਜਿਹੜਾ ਇੰਡੀਅਨ ਪਾਰਟਨਰਸ਼ਿਪ ਐਕਟ ਆ 1932 ਸੈਕਸ਼ਨ 4 partnership is the relation between persons means partnership की relation between persons ਦੇ ਵਿੱਚ who have agreed ਜਿਹੜੇ ਕਿ ਤਿਆਰ ਹੋ ਚੁੱਕੇ ਆ ਆਪਣੇ ਪ੍ਰੋਫਿਟਸ ਨੂੰ ਵੰਡਣ ਲਈ ਤਿਆਰ ਹੋ ਚੁੱਕੇ ਆ of the business carried on by all ਜਾਂ ਤਾਂ ਸਾਰੇ ਲੋਕ ਬਿਜ਼ਨਸ ਦੇ ਵਿੱਚ ਜਿਹੜਾ ਵਰਕ ਕਰਨਗੇ ਜਾਂ ਫਿਰ or any of them acting for others ਇੱਕ ਲੜਕੀ ਜਾਂ ਫਿਰ ਕੋਈ ਇੱਕ ਬੰਦਾ ਜਿਹੜਾ ਵਾ ਸਾਰਿਆਂ ਦੇ ਰਿਸਪੈਕਟ ਦੇ ਵਿੱਚ ਕੀ ਆ ਵਰਕ ਕਰੂਗਾ ਤਾਂ ਹੁਣ ਤੁਸੀਂ ਇਸ ਡੈਫੀਨੇਸ਼ਨ ਦੇ ਵਿੱਚ ਇੱਕ ਗੱਲ ਨੂੰ ਜ਼ਰੂਰ ਨੋਟ ਡਾਊਨ ਕੀਤਾ ਹੋਊਗਾ ਕਿ ਇੱਥੇ ਜਸਟ ਕੀ ਆ ਪ੍ਰੋਫਿਟ ਦੀ ਗੱਲ ਹੋਈ ਹੈ ਲਾਸ ਦੀ ਤਾਂ ਕਿਤੇ ਗੱਲ ਨਹੀਂ ਹੋਏਗੀ ਤਾਂ ਲਾਸ ਦੀ ਗੱਲ ਕਿਉਂ ਨਹੀਂ ਹੋਈ ਇੱਥੇ ਕਿਉਂਕਿ ਜਿਹੜਾ ਪਾਰਟਨਰਸ਼ਿਪ ਐਕਟ ਹੈਗਾ ਇੰਡੀਅਨ ਪਾਰਟਨਰਸ਼ਿਪ ਐਕਟ ਉਹ ਇਹ ਚੀਜ਼ ਨੂੰ ਅਜ਼ਿਊਮ ਨਹੀਂ ਕਰਕੇ ਚੱਲੂਗਾ ਕਿ ਸਾਡੇ ਬਿਜ਼ਨਸ ਦੇ ਵਿੱਚ ਲਾਸ ਹੋਵੇ ਸੋ ਇਸ ਕਰਕੇ ਮਾਈ ਡੀਅਰ ਸਟੂਡੈਂਟ ਫਸਟ ਆਫ ਆਲ ਜਿਹੜੀ ਇਹ ਡੈਫੀਨੇਸ਼ਨ ਹੈਗੀ ਹੈ ਇੰਡੀਅਨ ਪਾਰਟਨਰਸ਼ਿਪ ਐਕਟ 1932 ਵਾਲੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਤਾਂ ਤੁਸੀਂ ਬਿਲਕੁਲ ਧਿਆਨ ਨਾਲ ਸੁਣਿਓ ਔਰ ਆਪਣੀ ਕਾਪੀ ਤੇ ਜ਼ਰੂਰ ਇਹਨੂੰ ਨੋਟ ਡਾਊਨ ਕਰਿਓ ਨੈਕਸਟ ਟੌਪਿਕ ਇਜ਼ ਵਟ ਇਜ਼ ਦ ਮੀਨਿੰਗ ਆਫ ਪਾਰਟਨਰਸ਼ਿਪ ਡੀਡ ਕਿ ਪਾਰਟਨਰਸ਼ਿਪ ਡੀਡ ਕੀ ਐਕਚੁਅਲ ਦੇ ਵਿੱਚ ਹੁਣ ਅਗਰ ਕੁਛ ਲੋਕ ਰਲ ਕੇ ਇੱਕ ਬਿਜ਼ਨਸ ਨੂੰ ਚਲਾਉਣ ਜਾ ਰਹੇ ਆ ਤਾਂ ਉਹਨਾਂ ਦੇ ਵਿੱਚ ਇੱਕ ਐਗਰੀਮੈਂਟ ਹੋਊਗਾ ਉਹ ਐਗਰੀਮੈਂਟ ਚਾਹੇ ਔਰਲ ਵੀ ਹੋ ਸਕਦਾ ਚਾਹੇ ਰਿਟਨ ਵੀ ਹੋ ਸਕਦਾ ਵਾ ਬਟ ਜਿਹੜਾ ਔਰਲ ਐਗਰੀਮੈਂਟ ਹੋਊਗਾ ਉਹਦੇ ਵਿੱਚ ਡਿਸਪਿਊਟ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ ਆ ਯਾਨੀ ਕਿ ਲੜਾਈ ਝਗੜੇ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ ਆ ਤਾਂ ਇੱਕ ਰਿਟਨ ਐਗਰੀਮੈਂਟ ਜਿਹੜਾ ਹੋਊਗਾ ਬੈਸਟ ਹੋਊਗਾ ਰੈਦਰ ਦੈਨ ਔਰਲ ਐਗਰੀਮੈਂਟ ਦੀ ਤਾਂ ਇਸ ਐਗਰੀਮੈਂਟ ਨੂੰ ਕੀ ਕਹਿ ਦਿੰਦੇ ਆ ਪਾਰਟਨਰਸ਼ਿਪ ਡੀਡ ਜਿਹੜੀ ਕਿ ਸਾਰੇ ਪਾਰਟਨਰ ਵੱਲੋਂ ਸਾਈਨ ਕੀਤੀ ਜਾਂਦੀ ਇੱਕ ਲੀਗਲ ਸਾਈਨਡ ਹੋਊਗਾ ਬਾਈ ਆਲ ਪਾਰਟਨਰਸ ਇਟ ਮੀਨ ਇਹ ਡੀਡ ਨੂੰ ਆਪਾਂ ਕੀ ਆ ਜੇਕਰ ਇੱਕ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹਾਂ ਕਿ ਇਟਸ ਜਸਟ ਲਾਈਕ ਏ ਪੇਜ ਇੱਕ ਡਾਕੂਮੈਂਟ ਆ ਜਿਹਦੇ ਵਿੱਚ ਕੀ ਸਾਰੀ ਇਨਫੋਰਮੇਸ਼ਨ ਹੋਊਗੀ ਬਿਜ਼ਨਸ ਦੇ ਰਿਗਾਰਡਿੰਗ ਹੋਊਗੀ ਪਾਰਟਨਰਸ ਦੇ ਰਿਗਾਰਡਿੰਗ ਹੋਊਗੀ ਕਿੱਦਾਂ ਉਹਨੂੰ ਸੈਲਰੀ ਮਿਲਣੀ ਹੈ ਕਿੱਦਾਂ ਰੇਟ ਆਫ ਇੰਟਰਸਟ ਹੋਊਗਾ ਜਾਂ ਲੋਨ 'ਤੇ ਕਿੰਨਾ ਰੇਟ ਹੋਊਗਾ ਡਰਾਇੰਗਸ 'ਤੇ ਕਿੰਨਾ ਹੋਊਗਾ ਇਹ ਸਾਰੀ ਤੁਹਾਨੂੰ ਡਿਸਕ੍ਰਿਪਸ਼ਨ ਜਿਹੜੀ ਹੋਊਗੀ ਫਰਦਰ ਤੁਹਾਨੂੰ ਕੀ ਆ ਰੀਡ ਕਰਵਾਈ ਜਾਊਗੀ ਲੈਟ ਅਸ ਸਟਾਰਟ ਦਾ ਕੰਟੈਂਟ ਆਫ ਪਾਰਟਨਰਸ਼ਿਪ ਡੀਡ ਕੰਟੈਂਟਸ ਨੂੰ ਕੀ ਆ ਕਲੌਜ਼ਸ ਵੀ ਕਿਹਾ ਜਾਂਦਾ ਜੇਕਰ ਤੁਹਾਨੂੰ ਕੁਐਸਚਨ ਦੇ ਵਿੱਚ ਕਲੌਜ਼ਸ ਵੀ ਆਏ ਦੈਨ ਤੁਸੀਂ ਤਾਂ ਵੀ ਇਹੀ ਆਨਸਰ ਲਿਖੋਗੇ ਸੋ ਫਸਟ ਪੁਆਇੰਟ ਨੂੰ ਡਿਸਕਸ ਕਰਦੇ ਹਾਂ ਡਿਸਕ੍ਰਿਪਸ਼ਨ ਆਫ ਦਾ ਪਾਰਟਨਰ ਜਿਹੜੀ ਡੀਡ ਹੋਊਗੀ ਯਾਨੀ ਕਿ ਇੱਕ ਡਾਕੂਮੈਂਟ ਹੋਊਗਾ ਉਹਦੇ ਵਿੱਚ ਕੀ ਹੈ ਪਾਰਟਨਰ ਦਾ ਨੇਮ ਏਜ ਔਰ ਉਹਦੀ ਪ੍ਰੋਪਰ ਜਿਹੜਾ ਐਡਰੈਸ ਵੀ ਪ੍ਰੋਪਰ ਮੈਂਸ਼ਨ ਹੋਊਗਾ ਸੈਕਿੰਡ ਨੰਬਰ 'ਤੇ ਡਿਸਕ੍ਰਿਪਸ਼ਨ ਆਫ ਦਾ ਫਰਮ ਨੈਕਸਟ ਕੀ ਹੈ ਫਰਮ ਦਾ ਨੇਮ ਕੀ ਆ ਫਰਮ ਦੇ ਐਡਰੈਸ ਕੀ ਆ ਔਰ ਫਰਮ ਕਿੱਥੇ ਲੋਕੇਟ ਕਰ ਰਹੀ ਆ ਇਹ ਵੀ ਪ੍ਰੋਪਰ ਕੀ ਉਹਦੇ ਵਿੱਚ ਇਨਫੋਰਮੇਸ਼ਨ ਦਿੱਤੀ ਹੋਊਗੀ ਦੈਨ ਥਰਡ ਹੈਗਾ ਨੇਚਰ ਆਫ ਬਿਜ਼ਨਸ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਆ ਕਿ ਬਿਜ਼ਨਸ ਆਪਣਾ ਕਿਸ ਟਾਈਪ ਦਾ ਹੈਗਾ ਵਾ ਕਿਸ ਨੇਚਰ ਦਾ ਹੈਗਾ ਵਾ ਉਹ ਵੀ ਕੀ ਆ ਇਸ ਡਾਕੂਮੈਂਟ ਦੇ ਵਿੱਚ ਮੈਂਸ਼ਨ ਹੋਊਗਾ ਨੈਕਸਟ ਹੈਗਾ ਫੋਰਥ ਪੁਆਇੰਟ ਜਿਹੜਾ ਹੈਗਾ ਕੈਪੀਟਲ ਕੰਟਰੀਬਿਊਸ਼ਨ ਦਾ ਮਤਲਬ ਕੀ ਹੈਗਾ ਕਿ ਜੇਕਰ ਕੋਈ ਵੀ ਪਾਰਟਨਰ ਐਂਟਰ ਹੋ ਰਿਹਾ ਬਿਜ਼ਨਸ ਦੇ ਵਿੱਚ ਤਾਂ ਉਹ ਆਪਣੀ ਕਿੰਨੀ ਮਨੀ ਇਨਵੈਸਟ ਕਰ ਰਿਹਾ ਕਿੰਨੀ ਕੈਪੀਟਲ ਲੈ ਕੇ ਆ ਰਿਹਾ ਉਹ ਵੀ ਕੀ ਆ ਇਸ ਡਾਕੂਮੈਂਟ ਦੇ ਵਿੱਚ ਕੀ ਆ ਮੈਂਸ਼ਨ ਹੋਊਗੀ ਨੈਕਸਟ ਹੈਗਾ ਵਾ ਇੰਟਰਸਟ ਔਨ ਕੈਪੀਟਲ ਮੀਨਸ ਉਹਨਾਂ ਨੂੰ ਕਿੰਨਾ ਕੈਪੀਟਲ ਦੇ ਉੱਤੇ ਇੰਟਰਸਟ ਜਿਹੜਾ ਵਾ ਕਿੰਨੇ ਪਰਸੈਂਟ ਮਿਲੂਗਾ ਇਹ ਵੀ ਕੀ ਆ ਉਸ ਡਾਕੂਮੈਂਟ ਦੇ ਵਿੱਚ ਕੀ ਡੀਡ ਦੇ ਵਿੱਚ ਕੀ ਆ ਮੈਂਸ਼ਨ ਹੋਊਗਾ ਔਰ ਉਸੇ ਤਰ੍ਹਾਂ ਇੰਟਰਸਟ ਔਨ ਡਰਾਇੰਗ
ਕਿੰਨਾ ਡਰਾਇੰਗਸ ਕੀ ਹੁੰਦੀਆਂ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਆਪਾਂ ਆਪਣੇ ਪਰਸਨਲ ਯੂਜ਼ ਲਈ ਜੋ ਮਨੀ ਨੂੰ ਆਪਾਂ ਵਿਡਰਾਲ ਕਰਵਾ ਰਹੇ ਹਾਂ, ਠੀਕ ਹੈ, ਉਹਨੂੰ ਡਰਾਇੰਗਸ ਬੋਲਦੇ ਆ। ਉਹਦੇ 'ਤੇ ਜੋ ਇੰਟਰਸਟ ਹੈ, ਕਿੰਨਾ ਰੇਟ ਲੱਗੇਗਾ, ਉਹ ਵੀ ਕੀ ਆ ਇਸ ਡਾਕੂਮੈਂਟ ਦੇ ਵਿੱਚ ਕੀ ਆ ਮੈਂਸ਼ਨ ਹੋਊਗਾ। ਕਮ ਟੂ ਦ ਨੈਕਸਟ ਪੁਆਇੰਟ, ਪ੍ਰੋਫਿਟ ਸ਼ੇਅਰਿੰਗ ਰੇਸ਼ੋ। ਅਗਰ ਬਿਜ਼ਨਸ ਵਿੱਚ ਕੋਈ ਪ੍ਰੋਫਿਟ ਹੋ ਰਿਹਾ ਵਾ, ਲਾਸ ਹੋ ਰਿਹਾ, ਉਸ ਨੂੰ ਕਿਸ ਰੇਸ਼ੋ ਦੇ ਵਿੱਚ ਪਾਰਟਨਰ ਦੇ ਵਿੱਚ ਡਿਸਟਰੀਬਿਊਟ ਕਰਨਾ ਵਾ, ਉਹ ਵੀ ਇਸ ਡੀਡ ਦੇ ਵਿੱਚ ਦੱਸਿਆ ਜਾਊਗਾ। 8 ਪੁਆਇੰਟ, ਇੰਟਰਸਟ ਔਨ ਲੋਨ। ਲੋਨ ਉੱਪਰ ਇੰਟਰਸਟ ਰੇਟ ਕਿੰਨਾ ਲੱਗੇਗਾ, ਉਹ ਵੀ ਕੀ ਆ ਇਸ ਡੀਡ ਦੇ ਵਿੱਚ ਮੈਂਸ਼ਨ ਹੋਊਗਾ। 9th ਪੁਆਇੰਟ ਹੈਗਾ ਰੈਮੂਨਰੇਸ਼ਨ ਟੂ ਪਾਰਟਨਰਸ। ਪਾਰਟਨਰ ਨੂੰ ਕਿੰਨੀ ਸੈਲਰੀ ਜਾਂ ਫਿਰ ਕਮਿਸ਼ਨ ਦੇਣਾ ਵਾ, ਉਹ ਵੀ ਅਮਾਊਂਟ ਕੀ ਆ ਇਸ ਡੀਡ ਦੇ ਵਿੱਚ ਦੱਸੀ ਜਾਊਗੀ। 10th ਆ ਅਕਾਊਂਟਿੰਗ ਪੀਰੀਅਡ। ਯੂ ਨੋ ਦੈਟ 1 April to 31 March ਤੱਕ ਅਕਾਊਂਟਿੰਗ ਪੀਰੀਅਡ ਹੁੰਦਾ ਵਾ, ਤਾਂ ਉਹ ਵੀ ਡੇਟ ਜਿਹੜੀ ਆ ਇਸ ਡੀਡ ਦੇ ਵਿੱਚ ਮੈਂਸ਼ਨ ਹੋਊਗੀ। 11th ਆ ਵੈਲਿਊਏਸ਼ਨ ਆਫ ਗੁੱਡਵਿਲ। ਤੁਹਾਨੂੰ ਗੁੱਡਵਿਲ ਵਾਲਾ ਜਿਹੜਾ ਚੈਪਟਰ ਆ 12th ਕਲਾਸ ਦੇ ਵਿੱਚ ਫੁੱਲ ਫਲੈਜ ਹੋਊਗਾ। ਤਾਂ ਜਿਹੜੀ ਵੈਲਿਊਏਸ਼ਨ ਹੋਣੀ ਹੈ ਗੁੱਡਵਿਲ ਦੀ, ਪਾਰਟਨਰ ਜੇਕਰ ਕੋਈ ਆ ਰਿਹਾ ਵਾ, ਐਡਮਿਸ਼ਨ ਹੋਈ ਪਾਰਟਨਰ ਦੀ, ਜਾਂ ਫਿਰ ਕਿਸੇ ਦੀ ਰਿਟਾਇਰਮੈਂਟ ਹੋਈ ਹੈ, ਜਾਂ ਇਨ ਕੇਸ ਡੈਥ ਹੋ ਰਹੀ ਹੈ ਪਾਰਟਨਰ, ਤਾਂ ਉਸ ਟਾਈਮ ਦੇ ਵਿੱਚ ਗੁੱਡਵਿਲ ਦੀ ਜਿਹੜੀ ਵੈਲਿਊਏਸ਼ਨ ਕਰਨੀ ਕਿਸ ਮੈਥਡ ਦੇ ਨਾਲ ਹੋਣੀ, ਕਿਸ ਵੇ ਨਾਲ ਹੋਣੀ ਆ, ਉਹ ਵੀ ਡੀਡ ਦੇ ਵਿੱਚ ਦੱਸਿਆ ਜਾਊਗਾ। 12th ਹੈ ਰਾਈਟਸ ਐਂਡ ਡਿਊਟੀਜ਼। ਪਾਰਟਨਰ ਦੀਆਂ ਕੁਛ ਰਾਈਟਸ ਵੀ ਆ, ਡਿਊਟੀਜ਼ ਵੀ ਆ, ਉਹ ਵੀ ਕੀ ਆ ਇਸ ਡੀਡ ਦੇ ਵਿੱਚ ਦੱਸਿਆ ਜਾਊਗਾ। ਯੈਸ ਮਾਈ ਡੀਅਰ ਸਟੂਡੈਂਟ, ਦ ਨੈਕਸਟ ਟੋਪਿਕ ਇਜ਼ ਇਨ ਦ ਐਬਸੈਂਸ ਆਫ ਪਾਰਟਨਰਸ਼ਿਪ ਡੀਡ। ਅਗਰ ਪਾਰਟਨਰਸ਼ਿਪ ਡੀਡ ਸਾਈਲੈਂਟ ਹੈ, ਕੋਈ ਵੀ ਉਹਨਾਂ ਦੇ ਵਿੱਚ ਆਪਸ 'ਚ ਰਿਟਨ ਐਗਰੀਮੈਂਟ ਨਹੀਂ ਹੋਇਆ, ਤਾਂ ਜੋ ਆਪਾਂ ਕਲੌਜ਼ਸ ਆਲਰੇਡੀ ਕਰ ਚੁੱਕੇ ਹਾਂ, ਤਾਂ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਕੁਛ ਵੀ ਨਹੀਂ ਮਿਲੇਗਾ। ਅਗਰ ਪਾਰਟਨਰਸ਼ਿਪ ਡੀਡ ਜਿਹੜੀ ਸਾਈਲੈਂਟ ਹੈਗੀ, ਉਸ ਕੇਸ ਦੇ ਵਿੱਚ ਕੁਛ ਪ੍ਰੋਵੀਜ਼ਨ ਜਿਹੜੇ ਆ ਉਹ ਲਾਗੂ ਹੋਣਗੇ ਇੰਡੀਅਨ ਪਾਰਟਨਰਸ਼ਿਪ ਐਕਟ 1932 ਦੇ ਅਕੋਰਡਿੰਗ। ਜਿੱਦਾਂ ਨੋ ਇੰਟਰਸਟ ਔਨ ਕੈਪੀਟਲ ਟੂ ਐਨੀ ਪਾਰਟਨਰ। ਕੋਈ ਵੀ ਇੰਟਰਸਟ ਰੇਟ ਜਿਹੜਾ ਹੋਊਗਾ ਕੈਪੀਟਲ ਉੱਪਰ, ਉਹ ਪਾਰਟਨਰ ਨੂੰ ਨਹੀਂ ਮਿਲੇਗਾ। ਔਰ ਇੰਟਰਸਟ ਔਨ ਡਰਾਇੰਗ, ਕੋਈ ਵੀ ਇੰਟਰਸਟ ਰੇਟ ਜਿਹੜਾ ਹੈਗਾ ਵਾ ਉਹ ਚਾਰਜ ਨਹੀਂ ਕਰ ਸਕਦੀ ਗੀ ਫਰੋਮ ਪਾਰਟਨਰਸ ਤੋਂ। ਨੈਕਸਟ ਹੈਗਾ ਨੋ ਸੈਲਰੀ ਔਰ ਕਮਿਸ਼ਨ ਟੂ ਐਨੀ ਪਾਰਟਨਰ। ਕੋਈ ਵੀ ਸੈਲਰੀ ਔਰ ਕਮਿਸ਼ਨ ਅਗਰ ਪਾਰਟਨਰ ਡਿਮਾਂਡ ਕਰ ਰਹੇ ਆ ਬਟ ਪਾਰਟਨਰਸ਼ਿਪ ਡੀਡ ਸਾਈਲੈਂਟ ਆ, ਉਸ ਕੇਸ ਦੇ ਵਿੱਚ ਉਹ ਕੋਈ ਵੀ ਸੈਲਰੀ ਔਰ ਕਮਿਸ਼ਨ ਉਹਨਾਂ ਨੂੰ ਪੇ ਨਹੀਂ ਕਰੇਗੀ ਫਰਮ। ਪ੍ਰੋਫਿਟ ਸ਼ੇਅਰਿੰਗ ਰੇਸ਼ੋ ਵਿਲ ਬੀ ਇਕੁਅਲ, ਯਾਨੀ ਕਿ ਅਗਰ ਫਰਮ ਦੇ ਵਿੱਚ ਕੋਈ ਪ੍ਰੋਫਿਟ ਹੋ ਰਿਹਾ ਜਾਂ ਫਿਰ ਲਾਸ ਹੋ ਰਿਹਾ, ਉਹ ਇਕੁਅਲੀ ਡਿਸਟਰੀਬਿਊਟ ਹੋਊਗਾ, ਨਾ ਕਿ ਉਹਨਾਂ ਦੀ ਕੈਪੀਟਲ ਦੇ ਬੇਸਿਸ 'ਤੇ ਹੋਊਗਾ। ਲਾਸਟ ਹੈਗਾ ਇੰਟਰਸਟ ਔਨ ਪਾਰਟਨਰਸ ਲੋਨ, ਉਹ ਜਸਟ 6% ਪਰ ਐਨਮ ਹੋਊਗਾ ਅਗਰ ਪਾਰਟਨਰਸ਼ਿਪ ਡੀਡ ਜਿਹੜੀ ਸਾਈਲੈਂਟ ਹੋਊਗੀ। We will discuss the next topic, that is profit and loss appropriation account. Profit and loss appropriation ਦੀ ਪੂਰੀ ਡਿਟੇਲ ਕਰਨ ਤੋਂ ਪਹਿਲਾਂ ਆਪਾਂ ਕੀ ਆ ਫਾਈਨੈਂਸ਼ੀਅਲ ਸਟੇਟਮੈਂਟ ਵਾਲੇ ਚੈਪਟਰ 'ਤੇ ਆਉਣਾ, ਜਿਹੜਾ ਆਪਾਂ 11th ਕਲਾਸ ਦੇ ਵਿੱਚ ਕੀ ਆਲਰੇਡੀ ਕਰ ਚੁੱਕੇ ਹਾਂ, ਜਿਹਦੇ ਵਿੱਚ ਕੀ ਸੀ ਆਪਾਂ ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਐਂਡ ਲਾਸ ਅਕਾਊਂਟ ਐਂਡ ਬੈਲੈਂਸ ਸ਼ੀਟ ਬਣਾਉਂਦੇ ਸੀਗੇ। ਟ੍ਰੇਡਿੰਗ ਅਕਾਊਂਟ ਦੇ ਵਿੱਚੋਂ ਆਪਾਂ ਕੀ ਫਾਈਂਡ ਆਊਟ ਕਰਦੇ ਸੀਗੇ, ਗ੍ਰੋਸ ਪ੍ਰੋਫਿਟ ਜਾਂ ਫਿਰ ਗ੍ਰੋਸ ਲਾਸ ਹੁੰਦਾ ਸੀਗਾ। ਦੈਨ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਆਪਾਂ ਨੂੰ ਨੈਟ ਪ੍ਰੋਫਿਟ ਜਾਂ ਫਿਰ ਨੈਟ ਲਾਸ ਹੁੰਦਾ ਸੀਗਾ। ਐਂਡ ਲਾਸਟ 'ਤੇ ਆਪਾਂ ਬੈਲੈਂਸ ਸ਼ੀਟ ਬਣਾਉਂਦੇ ਸੀ। ਹੁਣ ਆਪਣਾ ਕੁਐਸਚਨ ਇੱਥੇ ਇਹ ਰਾਈਜ਼ ਹੁੰਦਾ ਵਾ ਕਿ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਆਪਾਂ ਕਿਸ ਟਾਈਮ 'ਤੇ ਬਣਾਉਣਾ ਹੈਗਾ ਵਾ, ਜਦੋਂ ਆਪਣਾ ਪ੍ਰੋਫਿਟ ਐਂਡ ਲਾਸ ਆਪਣੇ ਕੋਲੇ ਹੋਊਗਾ, ਅਕਾਊਂਟ ਬਣਿਆ ਹੋਊਗਾ, ਆਪਾਂ ਨੂੰ ਪਤਾ ਹੋਊਗਾ ਯੈਸ ਆਪਣੇ ਇੰਨੇ ਨੈਟ ਪ੍ਰੋਫਿਟ ਹੋਇਆ ਜਾਂ ਫਿਰ ਲਾਸ ਹੋਇਆ, ਉਸ ਤੋਂ ਬਾਅਦ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਵਾਲਾ ਅਕਾਊਂਟ ਬਣਦਾ ਵਾ। ਚਲੋ ਆਪਾਂ ਉਹਦੀ ਅੱਜ ਆਪਾਂ ਡਿਟੇਲ ਕਰਦੇ ਹਾਂ। ਲੈਟ ਅਸ ਸਟਾਰਟ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਹੁਣ ਕੁਐਸਚਨ ਇੱਥੇ ਇਹ ਰਾਈਜ਼ ਹੁੰਦਾ ਵਾ ਕਿ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਕਿਉਂ ਬਣਾਉਣਾ ਆਪਾਂ, ਕਿ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਨਾਲ ਆਪਣੇ ਕੋਲ ਨੈਟ ਪ੍ਰੋਫਿਟ ਆ ਜਾਂਦੇ ਆ, ਬਟ ਨੋ। 11th ਕਲਾਸ ਦੇ ਵਿੱਚ ਕੀ ਸੀਗਾ ਕਿ ਜੋ ਆਪਾਂ ਅਕਾਊਂਟੈਂਸੀ ਕੀਤੀ ਹੈ, ਮੀਨਸ ਫਾਈਨੈਂਸ਼ੀਅਲ ਸਟੇਟਮੈਂਟ ਪੜ੍ਹੀ ਆਪਾਂ, ਤਾਂ ਉਹਦੇ ਵਿੱਚ ਕੀ ਸੀਗਾ ਕਿ ਸਿਰਫ ਇੱਕ ਓਨਰ ਹੁੰਦਾ ਸੀ, ਆਪਾਂ ਉਹਦੇ ਕੀ ਟ੍ਰੇਡਿੰਗ ਅਕਾਊਂਟ, ਆਪਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਔਰ ਲਾਸਟ 'ਤੇ ਕੀ ਹੈ ਬੈਲੈਂਸ ਸ਼ੀਟ ਬਣਾ ਦਿੰਦੇ ਸੀ। ਬਟ ਪਾਰਟਨਰਸ਼ਿਪ ਫਰਮ ਦੇ ਵਿੱਚ ਕੀ ਆ ਕਿ ਪਰਸਨ ਜਿਹੜੇ ਹੈਗੇ ਇੱਕ ਤੋਂ ਵੱਧ ਗਏ ਆ, ਮੀਨਸ ਪਾਰਟਨਰ 2 ਵੀ ਹੋ ਸਕਦੇ ਆ, 3 ਵੀ ਹੋ ਸਕਦੇ ਆ, ਤਾਂ ਉੱਥੇ ਕੀ ਆ ਆਪਾਂ ਨੂੰ ਉਹਨਾਂ ਲਈ ਇੱਕ ਅਲੱਗ ਤੋਂ ਅਕਾਊਂਟ ਬਣਾਉਣਾ ਪੈ ਰਿਹਾ ਵਾ। ਉਸ ਅਕਾਊਂਟ ਨੂੰ ਕੀ ਕਹਿੰਦੇ ਇੱਥੇ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਇਜ਼ ਐਨ ਐਕਸਟੈਂਸ਼ਨ ਆਫ ਪ੍ਰੋਫਿਟ ਐਂਡ ਲਾਸ ਅਕਾਊਂਟ। ਮੀਨਸ ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਬਾਅਦ ਆਪਾਂ ਕੀ ਆ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਬਣਾਵਾਂਗੇ। ਔਰ ਜੋ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਨੈਟ ਪ੍ਰੋਫਿਟ ਆ ਰਿਹਾ ਜਾਂ ਫਿਰ ਆਪਾਂ ਨੂੰ ਕੋਈ ਲਾਸ ਹੋ ਰਿਹਾ ਵਾ, ਆਪਾਂ ਕੀ ਆ ਉਹ ਟ੍ਰਾਂਸਫਰ ਕਰ ਦੇਣਾ ਵਾ ਇਸ ਅਕਾਊਂਟ ਦੇ ਵਿੱਚ। ਐਪਰੋਪ੍ਰੀਏਸ਼ਨ ਅਕਾਊਂਟ ਦੇ ਵਿੱਚ ਕੀ ਆ ਉਹ ਨੈਟ ਪ੍ਰੋਫਿਟ ਨੂੰ ਆਪਾਂ ਟ੍ਰਾਂਸਫਰ ਕਰ ਦੇਣਾ।
ਯੈਸ ਨੈਕਸਟ ਆਪਾਂ ਕੀ ਆ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦਾ ਨੇਚਰ ਡਿਸਕਸ ਕਰਦੇ ਹਾਂ। ਉਹਦੇ ਵਿੱਚ ਫਸਟ ਪੁਆਇੰਟ ਹੈਗਾ ਵਾ ਐਕਸਟੈਂਸ਼ਨ ਆਫ ਪ੍ਰੋਫਿਟ ਐਂਡ ਲਾਸ ਅਕਾਊਂਟ। ਆਪਾਂ ਆਲਰੇਡੀ ਕੀ ਹੈ ਰੀਡ ਕਰ ਚੁੱਕੇ ਹਾਂ ਕਿ ਪ੍ਰੋਫਿਟ ਐਂਡ ਲਾਸ ਅਕਾਊਂਟ ਤੋਂ ਬਾਅਦ ਹੀ ਆਪਾਂ ਕੀ ਹੈ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਜਿਹੜਾ ਵਾ ਬਣਾਉਣਾ ਵਾ। ਸੈਕਿੰਡ ਪੁਆਇੰਟ ਹੈਗਾ ਵਾ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਕਿਸ ਨੇਚਰ ਦਾ ਵਾ, ਨੋਮੀਨਲ ਨੇਚਰ ਦਾ। ਹੁਣ ਮਾਈ ਡੀਅਰ ਸਟੂਡੈਂਟ ਤੁਹਾਨੂੰ ਪਤਾ ਹੀ ਹੋਊਗਾ ਕਿ ਆਪਾਂ +1 ਦੇ ਵਿੱਚ ਕੇ ਗੋਲਡਨ ਰੂਲ ਕੀਤੇ ਸੀਗੇ ਜਿਹਨੂੰ ਕੀ ਆ ਰੂਲਸ ਆਫ ਡੈਬਿਟ ਐਂਡ ਕ੍ਰੈਡਿਟ ਕਹਿੰਦੇ ਆ, ਔਰ ਉਸਦੀ ਵੀਡੀਓ ਵੀ ਇਸ ਚੈਨਲ ਤੇ ਪਈ ਹੋਈ ਆ। ਜਿਹੜੇ ਸਟੂਡੈਂਟਸ ਨੇ ਇਹ ਰੂਲ ਨੂੰ ਦੁਬਾਰਾ ਦੇਖਣਾ ਚਾਹੁੰਦੇ ਹੋ ਉਹ ਦੁਬਾਰਾ ਦੇਖ ਕੇ ਇਹ ਪਾਰਟਨਰਸ਼ਿਪ ਫਾਰਮ ਵਾਲੀ ਵੀਡੀਓ ਦੇਖਿਓ, ਕਿਉਂਕਿ ਫਿਰ ਬੈਟਰ ਹੋਊਗਾ ਕਿ ਤੁਹਾਨੂੰ ਦੁਬਾਰਾ ਤੋਂ ਸਾਰੇ ਰੂਲਸ ਇੱਕ ਵਾਰ ਕੇ ਯਾਦ ਹੋ ਜਾਣਗੇ। ਤਾਂ ਤੁਸੀਂ ਦੱਸੋਗੇ ਸਭ ਤੋਂ ਪਹਿਲਾਂ ਕਿ ਨੋਮੀਨਲ ਦਾ ਕੀ ਰੂਲ ਸੀਗਾ। ਯੈਸ ਵੈਰੀ ਗੁੱਡ। ਆਪਾਂ ਕੀ ਆ ਆਲ ਐਕਸਪੈਂਸ ਐਂਡ ਲਾਸਿਸ ਨੂੰ ਆਪਾਂ ਕੀ ਆ ਡੈਬਿਟ ਕਰ ਦੇਣਾ ਵਾ, ਔਰ ਆਪਣੀ ਕੋਈ ਵੀ ਇਨਕਮ ਆ ਜਾਂ ਫਿਰ ਗੇਨ ਹੋ ਰਿਹਾ ਆਪਾਂ ਉਹਨੂੰ ਕੀ ਆ ਕ੍ਰੈਡਿਟ ਕਰ ਦੇਣਾ ਵਾ। ਥਰਡ ਪੁਆਇੰਟ ਹੈਗਾ ਵਾ ਪ੍ਰੀਪੇਅਰਡ ਔਨ ਦਾ ਬਿਹਾਫ ਆਫ ਫਰਮ। ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਜਿਹੜਾ ਵਾ ਫਰਮ ਦੇ ਬਿਹਾਫ ਤੇ ਬਣਾਇਆ ਜਾਏਗਾ। ਇਟ ਮੀਨ ਤੁਹਾਨੂੰ ਇਹ ਤਾਂ ਪਤਾ ਹੀ ਹੋਊਗਾ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਜੇਕਰ ਬਣੇਗਾ, ਕੋਈ ਵੀ ਅਕਾਊਂਟ ਬਣਦਾ ਵਾ ਤਾਂ ਉਹਦੀਆਂ ਦੋ ਸਾਈਡਸ ਹੋਣਗੀਆਂ ਡੈਬਿਟ ਔਰ ਕ੍ਰੈਡਿਟ। ਵੈਸੇ ਤਾਂ ਮੈਂ ਤੁਹਾਨੂੰ ਫਾਰਮੈਟ ਵੀ ਸ਼ੋਅ ਕਰਾਂਗੀ, ਬਟ ਥੋੜ੍ਹਾ ਜਿਹਾ ਫਿਰ ਵੀ ਦੱਸ ਦਿੰਦੀ ਹਾਂ ਕਿ ਅਗਰ ਦੋ ਸਾਈਡ ਬਣ ਰਹੀਆਂ ਵਾ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਦੇ ਵਿੱਚ ਡੈਬਿਟ ਔਰ ਕ੍ਰੈਡਿਟ, ਤਾਂ ਆਪਾਂ ਡੈਬਿਟ ਸਾਈਡ ਤੇ ਨੋਮੀਨਲ ਦਾ ਰੂਲ ਇਹ ਹੈਗਾ ਵਾ ਕਿ ਆਪਾਂ ਐਕਸਪੈਂਸ ਔਰ ਲਾਸ ਜਿਹੜੇ ਆ ਉਹ ਡੈਬਿਟ ਸਾਈਡ ਤੇ ਰਿਕਾਰਡ ਕਰਨੇ ਆ, ਔਰ ਅਗਰ ਕੋਈ ਇਨਕਮ ਔਰ ਆਪਾਂ ਨੂੰ ਕੋਈ ਗੇਨ ਹੋ ਰਿਹਾ ਆਪਾਂ ਕ੍ਰੈਡਿਟ ਸਾਈਡ ਤੇ ਕਰਾਂਗੇ। ਇਟ ਮੀਨ ਫਰਮ ਦੇ ਵਿੱਚ ਕੋਈ ਵੀ ਲਾਸ ਹੋ ਰਿਹਾ ਜਾਂ ਫਿਰ ਐਕਸਪੈਂਸ ਹੋ ਰਿਹਾ ਵਾ ਉਹਨੂੰ ਆਪਾਂ ਕੀ ਹੈ ਡੈਬਿਟ ਸਾਈਡ ਤੇ ਕੀ ਆ ਰਿਕਾਰਡ ਕਰ ਲਵਾਂਗੇ। ਅਗਰ ਕੋਈ ਫਰਮ ਦੀ ਇਨਕਮ ਹੋ ਰਹੀ ਆ ਉਹਨੂੰ ਕੀ ਆਪਾਂ ਕ੍ਰੈਡਿਟ ਸਾਈਡ ਤੇ ਲਿਖਾਂਗੇ। ਨੈਕਸਟ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਸ਼ੋਜ਼ ਦ ਡਿਸਟ੍ਰੀਬਿਊਸ਼ਨਸ। ਇਟ ਮੀਨ ਕਿ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਦੇ ਵਿੱਚ ਕੀ ਆ ਆਪਾਂ ਸਪੈਸ਼ਲੀ ਅਕਾਊਂਟ ਪਾਰਟਨਰਸ ਲਈ ਬਣਾਉਂਦੇ ਆ। ਤਾਂ ਇਹਦੇ ਵਿੱਚ ਕੀ ਆ ਅਗਰ ਆਫਟਰ ਸੈਲਰੀ ਡਿਸਟ੍ਰੀਬਿਊਸ਼ਨ ਇੰਟਰਸਟ ਔਨ ਕੈਪੀਟਲ ਇੰਟਰਸਟ ਔਨ ਡਰਾਇੰਗਸ ਤੋਂ ਬਾਅਦ ਜਿਹੜੇ ਵੀ ਆਪਣੇ ਪ੍ਰੋਫਿਟਸ ਹੋਣਗੇ ਜਿਹੜੇ ਪਾਰਟਨਰਸ ਦੀ ਕੈਪੀਟਲ ਦੇ ਵਿੱਚ ਆਪਾਂ ਡਿਸਟ੍ਰੀਬਿਊਟ ਕਰਨੇ ਆ ਉਹ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਕੀ ਆ ਸ਼ੋ ਕਰਦਾ। ਯੈਸ ਨੈਕਸਟ ਕਮ ਟੂ ਦਾ ਫਾਰਮੈਟ ਆਫ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਇਹਦੀਆਂ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਪਿਕਚਰ ਦੇ ਵਿੱਚ ਵੀ ਟੂ ਸਾਈਡ ਹੈ ਡੈਬਿਟ ਐਂਡ ਕ੍ਰੈਡਿਟ। ਆਪਾਂ ਪਹਿਲਾਂ ਵੀ ਆਲਰੇਡੀ ਇਸ ਟੌਪਿਕ 'ਤੇ ਡਿਸਕਸ ਕਰ ਚੁੱਕੇ ਹਾਂ। ਤਾਂ ਹੁਣ ਕ੍ਰੈਡਿਟ ਸਾਈਡ 'ਤੇ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ। ਫਸਟ ਆਫ ਆਲ ਲਿਖਿਆ ਹੋਇਆ ਬਾਏ ਪ੍ਰੋਫਿਟ ਐਂਡ ਲਾਸ ਅਕਾਊਂਟ। ਇਟ ਮੀਨ ਇਹ ਨੈਟ ਪ੍ਰੋਫਿਟ ਹੈਗੇ ਆ। ਇਹ ਨੈਟ ਪ੍ਰੋਫਿਟ ਆਪਣੇ ਕਿੱਥੋਂ ਆਏ ਆ, ਆਪਾਂ ਜੋ ਸਟੇਟਮੈਂਟ ਦੇ ਵਿੱਚ ਫਾਈਨੈਂਸ਼ੀਅਲ ਸਟੇਟਮੈਂਟ ਵਿੱਚ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਉਂਦੇ ਆ ਉਹਦੇ ਵਿੱਚੋਂ ਜੋ ਨੈਟ ਪ੍ਰੋਫਿਟ ਆਉਣਗੇ ਉਹ ਆਪਾਂ ਕੀ ਆ ਐਪਰੋਪ੍ਰੀਏਸ਼ਨ ਅਕਾਊਂਟ ਦੇ ਕ੍ਰੈਡਿਟ ਸਾਈਡ 'ਤੇ ਟ੍ਰਾਂਸਫਰ ਕਰ ਦੇਣੇ ਆ। ਕਿਉਂਕਿ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਜਿਹੜਾ ਨੋਮੀਨਲ ਨੇਚਰ ਦਾ ਵਾ, ਤਾਂ ਨੋਮੀਨਲ ਦਾ ਰੂਲ ਕੀ ਹੁੰਦਾ ਵਾ ਕਿ ਅਗਰ ਕੋਈ ਐਕਸਪੈਂਸ ਜਾਂ ਲਾਸ ਹੋ ਰਿਹਾ ਉਹਨੂੰ ਡੈਬਿਟ ਸਾਈਡ 'ਤੇ ਪਾਵਾਂਗੇ, ਅਗਰ ਕੋਈ ਇਨਕਮ ਹੋ ਰਹੀ ਹੈ ਉਹਨੂੰ ਆਪਾਂ ਕ੍ਰੈਡਿਟ ਸਾਈਡ 'ਤੇ ਪਾਵਾਂਗੇ। ਹੁਣ ਆਪਣੇ ਜਿਹੜੇ ਨੈਟ ਪ੍ਰੋਫਿਟ ਆਫ ਫਰਮ ਦੇ ਲਈ ਕੀ ਇੱਕ ਇਨਕਮ ਆ, ਇਸ ਕਰਕੇ ਆਪਾਂ ਉਹਨੂੰ ਕ੍ਰੈਡਿਟ ਸਾਈਡ 'ਤੇ ਪਾ ਦਿੱਤਾ। ਸੈਕਿੰਡ ਹੈਗਾ ਵਾ ਬਾਏ ਇੰਟਰਸਟ ਔਨ ਡਰਾਇੰਗ ਅਕਾਊਂਟ। ਹੁਣ ਇੱਥੇ ਸਪੋਜ਼ ਕੀਤਾ ਕਿ ਦੋ ਪਾਰਟਨਰ ਆ ਏ ਔਰ ਬੀ, ਠੀਕ ਹੈ, ਤਾਂ ਉਹਨਾਂ ਨੇ ਜੋ ਡਰਾਇੰਗ ਦਾ ਮਤਲਬ ਕੀ ਹੁੰਦਾ ਕਿ ਕੁਛ ਅਮਾਊਂਟ ਨੂੰ ਵਿਦਡਰਾਉਣ ਕਰਾਉਣਾ ਆਪਣੇ ਪਰਸਨਲ ਯੂਜ਼ ਲਈ, ਉਹਦੇ 'ਤੇ ਜੋ ਇੰਟਰਸਟ ਰੇਟ ਫਰਮ ਜਿਹੜੀ ਆ ਆਪਾਂ ਨੂੰ ਫਰਮ ਨੂੰ ਪੇ ਕਰਨਾ ਪਾਰਟਨਰ ਨੇ, ਤਾਂ ਇਸ ਲਈ ਫਰਮ ਦੇ ਲਈ ਕੀ ਹੋ ਗਈ ਇੱਕ ਇਨਕਮ ਹੋ ਗਈ, ਇਸ ਕਰਕੇ ਆਪਾਂ ਕੀ ਹੈ ਕ੍ਰੈਡਿਟ ਸਾਈਡ 'ਤੇ ਸ਼ੋ ਕੀਤਾ। ਇਸੇ ਤਰ੍ਹਾਂ ਡੈਬਿਟ ਸਾਈਡ 'ਤੇ ਆ ਜਾਓ। ਡੈਬਿਟ ਸਾਈਡ ਦੇ ਉੱਤੇ ਸਭ ਤੋਂ ਪਹਿਲਾਂ ਹੈਗਾ ਟੂ ਪ੍ਰੋਫਿਟ ਐਂਡ ਲਾਸ ਅਕਾਊਂਟ। ਇਟ ਮੀਨ ਇਹ ਕੀ ਹੋ ਗਏ ਫਰਮ ਦੇ ਲਈ ਨੈਟ ਲਾਸ ਹੋ ਗਏ ਜਿਹੜੇ ਕਿ ਆਪਾਂ ਨੂੰ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚੋਂ ਆਪਾਂ ਇੱਧਰ ਟ੍ਰਾਂਸਫਰ ਕੀਤੇ ਆ। ਇਸੇ ਤਰ੍ਹਾਂ ਨੈਕਸਟ ਟੂ ਇੰਟਰਸਟ ਔਨ ਕੈਪੀਟਲ ਅਕਾਊਂਟ। ਅਗਰ ਪਾਰਟਨਰ ਜਿਹੜੇ ਹੈਗੇ ਆ ਫਰਮ ਦੇ ਵਿੱਚ ਕੈਪੀਟਲ ਲੈ ਕੇ ਆ ਰਹੇ ਇਨਵੈਸਟ ਕੀਤਾ ਵਾ, ਤਾਂ ਫਰਮ ਉਹਨਾਂ ਨੂੰ ਕੀ ਕੁਛ ਇੰਟਰਸਟ ਰੇਟ ਪੇ ਕਰੇਗੀ। ਇਸੇ ਤਰ੍ਹਾਂ ਪਾਰਟਨਰ ਸੈਲਰੀ ਜਿਹੜੀ ਡਿਸਟਰੀਬਿਊਟ ਕੀਤੀ ਜਾਊਗੀ, ਪਾਰਟਨਰਸ ਕਮਿਸ਼ਨ ਅਕਾਊਂਟ ਡਿਸਟਰੀਬਿਊਟ ਕੀਤਾ ਜਾਊਗਾ, ਟੂ ਰਿਜ਼ਰਵ ਅਕਾਊਂਟ ਆਏਗਾ, ਔਰ ਉਸ ਤੋਂ ਬਾਅਦ ਜੋ ਡਿਫਰੈਂਸ ਹੋਏਗਾ ਚਾਹੇ ਉਹ ਨੈਟ ਪ੍ਰੋਫਿਟ ਹੋ ਰਿਹਾ ਵਾ ਚਾਹੇ ਉਹ ਨੈਟ ਲਾਸ ਹੋ ਰਿਹਾ ਵਾ, ਉਹ ਪਾਰਟਨਰਸ ਦੀ ਕੈਪੀਟਲ ਅਕਾਊਂਟ ਦੇ ਵਿੱਚ ਕੀ ਆ ਟ੍ਰਾਂਸਫਰ ਕੀਤਾ ਜਾਊਗਾ। ਜੇਕਰ ਪਾਰਟਨਰਸ਼ਿਪ ਡੀਡ ਸਾਇਲੈਂਟ ਹੈਗੀ ਆ ਤਾਂ ਉਹ ਰੇਸ਼ੋ ਹੋਊਗੀ ਉਹਨਾਂ ਦੀ ਇਕੁਅਲੀ ਡਿਸਟਰੀਬਿਊਟ ਕੀਤਾ ਜਾਊਗਾ। ਅਦਰਵਾਈਜ਼ ਉਹਨਾਂ ਦੀ ਡੀਡ ਦੇ ਵਿੱਚ ਇਹ ਮੈਂਸ਼ਨ ਹੋਊਗਾ ਰੇਸ਼ੋ ਜਿਹੜੀ ਵੀ ਹੋਊਗੀ ਉਹਦੇ ਅਕੋਰਡਿੰਗ ਕੀ ਪ੍ਰੋਫਿਟ ਜਾਂ ਲਾਸ ਨੂੰ ਡਿਸਟਰੀਬਿਊਟ ਕੀਤਾ ਜਾਊਗਾ ਪਾਰਟਨਰਸ ਦੇ ਵਿੱਚ। ਤਾਂ ਮਾਈ ਡੀਅਰ ਸਟੂਡੈਂਟ ਤੁਹਾਨੂੰ ਮੈਂ ਅੱਜ ਸਿਰਫ ਥਿਊਰੀ ਵਾਲਾ ਪਾਰਟ ਕਰਵਾਇਆ ਵਾ, ਔਰ ਉਸ ਤੋਂ ਬਾਅਦ ਆਪਾਂ ਹੁਣ ਨਿਊਮੈਰੀਕਲ ਸ਼ੁਰੂ ਕਰਾਂਗੇ। ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਐਕਚੁਅਲ ਦੇ ਵਿੱਚ ਕਿੱਦਾਂ ਆਪਾਂ ਅਕਾਊਂਟ ਨੂੰ ਬਣਾਉਣਾ ਵਾ, ਕਿੱਦਾਂ ਆਪਾਂ ਪ੍ਰੈਕਟੀਕਲ ਪ੍ਰੋਬਲਮ ਨੂੰ ਸੋਲਵ ਕਰਨਾ ਵਾ, ਉਹ
ਪਾਰਟ 2 ਦੇ ਵਿੱਚ ਕੀ ਆ ਪ੍ਰੈਕਟੀਕਲ ਪ੍ਰੋਬਲਮ ਕਰਾਂਗੇ ਔਰ ਨਾਲ ਹੀ ਆਪਾਂ ਕੀ ਬਾਕੀ ਦਾ ਜੋ ਚੈਪਟਰ ਰਹਿੰਦਾ ਵਾ ਬਾਕੀ ਦਾ ਜੋ ਟੌਪਿਕ ਰਹਿੰਦਾ ਵਾ ਉਹ ਵੀ ਉਸੇ ਪਾਰਟ 2 ਦੇ ਵਿੱਚ ਕੀ ਆ ਕੰਪਲੀਟ ਕਰਾਂਗੇ। ਸੋ ਬਾਏ ਬਾਏ, ਥੈਂਕ ਯੂ।